गज बज के बोलो वाहिगुरु जी का खालसा वाहिगुरु जी की फतेह। बहुत ही बड़े भाग गुरसिखां दे जो परम पिता परमात्मा की मिठी याद अंदर जुड़ करके साहिबां दे गुण गायन सरवण कर रहे सी। भाई साहब भाई गुरवंत सिंह जी संगतां नूं समझाउणा कर रहे सी कि असीं अपने बच्चिआं नूं की शिक्षा देनी है। बहुत वधिया सबजैक्ट सी, पर इस दे नाल नाल सब तो पहला अति जरूरी है अपने मन नूं सिक्ख्या देनी। अपने मन नूं सिक्ख्या देनी। गुरमुख प्यारिओ, ठीक है, जरूरी है कि बचपन बच्चे साडी आउण वाली पीढ़ी है, जनरेशन है, इन्हां ने ही बड़े होके कारज संभालने। वाहिगुरु वाहिगुरु म्यूट हो गया। सत वचन वाह सत वचन सत वचन। हाँ, विशा सी कि असीं सब तो पहला इस भुले हुए मन नूं समझाउणा करिए। सवेरे भी विचार कीती सी कि ये भुलिया होया मन गुरु दे शब्द दे नाल समझेगा। पातशाह ने हर एक चीज़ गुरबाणी दे विच सानू खोल के दस दित्ती। कोई चीज़ दा पर्दा नहीं रखिया। जे मन बारे ये गल समझाई है कि मन सुत्ता पिया, तां पातशाह ने यह भी दस्सिया कि मन जागेगा किवें। जे पातशाह ने यह गुरबाणी दे विच डिकलेयर कीता है कि मन अपना घर ते मन अपना दर भुल गया, अपने माता पिता नूं भी भुल गया। गुरमुखो, ये नहीं कि कल्ला ये कहे कि ये यार गुरबाणी दे विच दर्ज करके सर गया कि भाई थोड़ा मन घर भुल गया। ये नहीं है कल्ला। जे लिखिए है ना कि थोड़ा मन घर भुलिया, थोड़ा मन दर भुलिया, थोड़ा मन अपने माता पिता नूं भुलिया, तां नाल ये भी दस्सिया कि ये किद्दां समझेगा, ਇਹਦੀ यादाश्त वापस किद्दां आएगी। ये भी पातशाह ने नाल दी नाल दस्सिया। बड़े कमाल दी गल है गुरमुख प्यारिओ। जे पातशाह ने आखिए ना कि ताई कि तुहाडा मन भुल गया, फिर पातशाह किते ना किते दर्ज करदे है कि भुलिया मन किद्दां समझ सकदा है। जिद्दां आपां सवेरे पढ़िया सी, विचार कीती सी कि भुले हुए मन नूं समझाउण दे लई भी गुरु दा शब्द ही काम करदा है। गुरु दे शब्द तो बगैर ये मन गुरमुख प्यारिओ जान नहीं सकता, ये समझ नहीं सकता। पातशाह ने आखे है ना, भुला मन समझे गुर शब्दी। कहते भुलिया होया मन गुरु दे शब्द दे नाल समझेगा। इस नूं समझाउणा करो। हुण गुरमुख प्यारिओ, पातशाह कुछ होर भी आपां नूं समझाउणा चाहुंदे आ। पातशाह कहंदे ये जीव भोला भाला भी आखिए, चतर भी आखिए, चलाक भी आखिए। इत्थे पातशाह कह रहे है, कहंदे ये भोला जीव
ਇਸ ਤਨ ਨੂੰ ਧੋ ਲੈਂਦਾ ਹੈ, ਤਨ ਨੂੰ ਚਮਕਾ ਲੈਂਦਾ ਹੈ। ਪਰ ਕਦੇ ਵੀ ਇਸ ਨੇ ਅੰਦਰ ਦਾ ਖਿਆਲ ਨਹੀਂ ਕੀਤਾ ਕਿ ਮੇਰਾ ਅੰਦਰ ਤੇ ਕਾਲਾ ਹੋਇਆ ਪਿਆ, ਕਾਲਾ। ਮੈਂ ਬਾਹਰ ਆਪਣੇ ਮੁਖ ਨੂੰ, ਹੱਥਾਂ ਪੈਰਾਂ ਨੂੰ, ਬਦਨ ਨੂੰ ਧੋ ਕੇ ਕੀ ਕਰੂੰਗਾ? ਅੰਦਰ ਤੇ ਮਨ ਕਾਲਾ ਹੋਇਆ ਪਿਆ, ਕਾਲਾ। ਅੰਦਰ ਤੇ ਤੇਰੇ ਮੈਲ ਲੱਗੀ ਹੋਈ ਹੈ, ਮੈਲ ਵੀ ਕਹਿੰਦੇ ਬਹੁਤ ਜ਼ਿਆਦਾ ਲੱਗੀ ਹੋਈ ਹੈ। ਅਤੇ ਫਿਰ ਇੱਕ ਜਿਹੜਾ ਅਗਲਾ ਬਚਨ ਮੇਰੇ ਪਾਤਸ਼ਾਹ ਕਹਿ ਰਹੇ ਹੈ, ਇਹ ਤੇ ਕਹੀ ਦਿੱਤਾ ਕਿ ਬਾਹਰ ਤੂੰ ਸਾਫ ਸੁਥਰਾ ਹੈ, ਅੰਦਰ ਤੇਰੇ ਮੈਲ ਹੈ। ਹੁਣ ਜਿਨ੍ਹਾਂ ਜੀਵਾਂ ਦੇ ਧਿਆਨ ਦਈਏ, ਹੁਣ ਆਪਾਂ ਸਾਰੇ ਆਪੋ ਆਪਣੇ ਵੱਲ ਝਾਤੀ ਮਾਰਨੀ ਹੈ, ਸਾਰਿਆਂ ਨੇ ਆਪੋ ਆਪਣੇ ਵੱਲ ਝਾਤੀ ਮਾਰਨੀ ਹੈ ਕਿ ਜਿਨ੍ਹਾਂ ਦੇ ਮਨ ਬਾਹਰ ਅਸੀਂ ਸਾਫ ਸੁਥਰੇ ਹਾਂ, ਗੋਰੇ ਚਿੱਟੇ ਹਾਂ, ਤੇ ਅੰਦਰੋਂ ਮਨ ਮੈਲਾ ਹੈ। ਪਾਤਸ਼ਾਹ ਉਹਨੂੰ ਪਤਾ ਕਿਹੜੀ ਜਗ੍ਹਾ ਦਿੰਦੇ ਹੈ, ਕਿਹੜਾ ਖਿਤਾਬ ਦਿੰਦੇ ਆ, ਕਿਹੜਾ ਦਰਜਾ ਦਿੰਦੇ ਆ। ਪਾਤਸ਼ਾਹ ਕਹਿੰਦੇ ਉਹ ਬੰਦੇ ਆਪਣੀ ਦੋਏ ਜਗ੍ਹਾ ਗਵਾ ਲੈਂਦੇ ਆ। ਨਾ ਕਹਿੰਦੇ ਉਸ ਨੂੰ ਹਲਤ ਦੇ ਵਿੱਚ ਢੋਈਏ ਤੇ ਨਾ ਉਸ ਨੂੰ ਪਲਤ ਦੇ ਵਿੱਚ ਢੋਈਏ। ਕਹਿੰਦੇ ਉਸ ਨੂੰ ਨਾ ਇੱਥੇ ਥਾਂ ਹੈ, ਕਹਿੰਦੇ ਨਾ ਉਸ ਨੂੰ ਉੱਥੇ ਥਾਂ ਹੈ। ਬੜੀ ਕਮਾਲ ਦੀ ਗੱਲ ਮੇਰੇ ਸਾਹਿਬਾਂ ਨੇ ਆਖੀ ਹੈ। ਹੁਣ ਆਪਾਂ ਜਾਗ ਜਾਈਏ, ਜਾਗ ਜਾਈਏ ਗੁਰਮੁਖ ਪਿਆਰਿਓ। ਆਪਾਂ ਜੇ ਅਸੀਂ ਆਪਣੇ ਮਨ ਦੀ ਮੈਲ ਨੂੰ ਨਾ ਤਾਰਿਆ ਤਾਂ ਪਾਤਸ਼ਾਹ ਆਪਾਂ ਨੂੰ ਕਹਿ ਰਿਹਾ, ਨਾ ਕਿ ਹੋਰ ਨੂੰ, ਕਿਸੇ ਨੂੰ। ਕਹਿੰਦੇ ਇਹ ਤੈਨੂੰ ਥਾਂ ਨਹੀਂ ਕਿਤੇ ਵੀ ਮਿਲਣੀ। ਇਹ ਆਪਣੀ ਗੱਲ ਚੱਲ ਰਹੀ ਹੈ, ਮੇਰੀ ਤੇ ਤੁਹਾਡੀ। ਕੀ ਆਖਿਆ ਪਾਤਸ਼ਾਹ ਨੇ? ਪਾਤਸ਼ਾਹ ਕਹਿੰਦੇ ਬਾਹਰ ਧੋਏ ਅੰਤਰ ਮਨ ਮੈਲਾ। ਕਹਿੰਦੇ ਬਾਹਰੋਂ ਤਾਂ ਧੋ ਲਿਆ, ਅੰਦਰ ਮਨ ਮੈਲਾ ਹੈ ਤੇਰਾ। ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ। ਕਹਿੰਦੇ ਦੋਏ ਥਾਂ, ਦੋਏ ਜਗ੍ਹਾ ਆਪਣੀਆਂ ਖੋ ਲਈਆਂ। ਕਹਿੰਦੇ ਨਾ ਦਰਗਾਹ ਦੇ ਵਿੱਚ ਢੋਈ, ਨਾ ਪਰਲੋਕ ਦੇ ਵਿੱਚ ਢੋਈ, ਨਾ ਲੋਕ ਦੇ ਵਿੱਚ ਢੋਈ। ਹੁਣ ਆਪਾਂ ਨੇ ਆਪੋ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਸਾਡੇ ਅੰਦਰ ਤੇ ਨਹੀਂ ਮੈਲ ਲੱਗੀ ਹੋਈ, ਕਿਤੇ ਗੱਲ ਸਾਡੀ ਤੇ ਨਹੀਂ ਹੋਈ, ਕਿਤੇ ਇਹ ਗੱਲ ਸਾਡੀ ਤੇ ਨਹੀਂ ਹੋ ਰਹੀ। ਇਹ ਧਿਆਨ ਦਈਏ ਗੁਰਮੁਖ ਪਿਆਰਿਓ। ਅਤੇ ਹੁਣ ਅੱਗੇ ਫੇਰ ਪਾਤਸ਼ਾਹ ਕਹਿ ਰਹੇ ਹੈ, ਕਹਿੰਦੇ ਹੁਣ ਜਿਨ੍ਹਾਂ ਦੇ ਮਨ ਮੈਲੇ ਆ ਨਾ ਗੁਰਮੁਖ ਪਿਆਰਿਓ, ਉਹ ਕਾਹਦੇ ਵਿੱਚ ਫਸੇ ਹੋਏ ਆ? ਕਾਹਦੇ ਵਿੱਚ ਫਸੇ ਹੋਏ ਆ? ਸਰਣਾ ਲੈ ਲਪਤ ਪਏ ਤੋਂ ਆ ਲੈ ਲੈ, ਹੋਰ ਅੰਦਰੋਂ ਚੱਕ ਲਿਆ। ਕਹਿੰਦੇ ਉਹ ਜੀਵ ਕਿਹੜੇ ਨੇ ਹੁਣ ਜਿਨ੍ਹਾਂ ਦੇ ਅੰਦਰ ਮਨ ਮੈਲੇ ਆ? ਹੁਣ ਉਹਨਾਂ ਦੀ ਗੱਲ ਕਰਦੇ ਆ ਪਾਤਸ਼ਾਹ। ਪਾਤਸ਼ਾਹ ਕਹਿੰਦੇ ਇਹਾਂ ਕਾਮ ਕ੍ਰੋਧ ਮੋਹ ਵਿਆਪਿਆ। ਇੱਥੇ ਇਸ ਜਗ੍ਹਾ ਤੇ ਦੋ ਥਾਵਾਂ ਆਪਾਂ ਆਖਿਆ ਸੀ ਨਾ ਕਿ ਦੋਏ ਜਗ੍ਹਾ ਖੋ ਲਈਆਂ, ਦੋਏ ਠੌਰ ਆਪਣੇ ਖੋਏ, ਭਾਵ ਲੋਕ ਵੀ ਤੇ ਪਰਲੋਕ ਵੀ। ਹੁਣ ਲੋਕ ਦੇ ਵਿੱਚ ਕਿਉਂ ਖੋ ਲਿਆ, ਆਹ ਦੱਸ ਰਹੇ ਆ ਮੇਰੇ ਸਾਹਿਬਾ। ਲੋਕ ਆਪਾਂ ਨੇ ਕਿੱਦਾਂ ਖੋ ਲਿਆ, ਇਹ ਦੱਸ ਰਹੇ ਆ ਸਾਹਿਬਾ। ਕਹਿੰਦੇ ਇਹਾਂ ਲੋਕ ਕਿੱਥੇ ਹੈ? ਇੱਥੇ ਹੈ। ਕਹਿੰਦੇ ਇਹਾਂ ਕਾਮ ਕ੍ਰੋਧ ਮੋਹ ਵਿਆਪਿਆ। ਕਹਿੰਦੇ ਇਹਨਾਂ ਵਿੱਚ ਉਲਝ ਕੇ ਬਹਿ ਗਿਆ। ਇੱਥੇ ਇਸ ਥਾਂ ਦੇ ਉੱਤੇ ਇਹਾਂ ਕਾਮ ਕ੍ਰੋਧ ਲੋਭ ਮੋਹ ਵਿਆਪਿਆ। ਅੱਗੇ ਜਦੋਂ ਇੱਥੇ ਫਸ ਗਿਆ, ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਿਆ ਨਹੀਂ। ਫਿਰ ਜਦੋਂ ਅੱਗੇ ਜਾਏਗਾ, ਅੱਗੇ ਪਾਤਸ਼ਾਹ ਕਹਿੰਦੇ ਰੋਏਗਾ,
चीका मारेगा, तरले मारेगा, आगे जाके रोएगा, मुस मुस रोएगा। क्यों? क्योंकि ਇੱਥੇ ਇਹਨਾਂ ਪੰਜਾਂ ਨੂੰ ਛੱਡਿਆ ਨਹੀਂ, ਇੱਥੇ ਇਹਨਾਂ ਪੰਜਾਂ ਦੇ ਨਾਲ ਪਿਆਰ ਪਾ ਲਿਆ। ਇਸ ਕਰਕੇ ਦੋਵੇਂ ਥਾਵੇਂ ਇਸ ਦੇ ਖੋਏ ਗਏ। ਕੀ ਕਹਿ ਰਹੀ ਹੈ ਪਾਤਸ਼ਾਹ? ਇਹਾਂ ਕਾਮ ਕ੍ਰੋਧ ਮੋਹ ਵਿਆਪਿਆ, ਆਗੇ ਮੁਸ ਮੁਸ ਰੋਏ। ਜਿਵੇਂ ਨੂੰ ਆਪਾਂ ਕਹਿੰਦੇ ਕਿ ਹੁਣ ਡੁੱਸ ਡੁੱਸ ਕਰਕੇ ਰੋਣ ਡੇ ਤੂੰ। ਆਪਾਂ ਕਹਿ ਰਹੇ ਹਾਂ ਨਾ, ਬੱਚਿਆਂ ਨੂੰ ਕਹਿ ਦਿੰਦੇ ਹਾਂ, ਇੱਕ ਦੂਜੇ ਨੂੰ ਵੀ ਕਹਿ ਦਿੰਦੇ ਹਾਂ ਕਿ ਉਦੋਂ ਧਿਆਨ ਦੇਣਾ ਸੀ, ਉਦੋਂ ਤੂੰ ਗਲਤੀਆਂ ਕਰੀ ਗਿਆ, ਹੁਣ ਤੂੰ ਡੁੱਸ ਡੁੱਸ ਕਰਕੇ ਰੋਈ ਜਾਂਦੇ। ਇਹ ਉਹ ਗੱਲ ਕਹਿ ਰਹੀ ਹੈ ਪਾਤਸ਼ਾਹ। ਪਾਤਸ਼ਾਹ ਕਹਿੰਦੇ ਇਹਾਂ ਕਾਮ ਕ੍ਰੋਧ ਮੋਹ ਵਿਆਪਿਆ, ਆਗੇ ਮੁਸ ਮੁਸ ਰੋਇਆ। ਕਹਿੰਦੇ ਇੱਥੇ ਇਹ ਕ੍ਰੋਧ ਮੋਹ ਦੇ ਵਿੱਚੋਂ ਨਿਕਲਿਆ ਨਹੀਂ, ਅੱਗੇ ਜਾ ਕੇ ਰੋਣਾ ਪੈ ਗਿਆ। ਇੱਥੇ ਵੀ ਧਿਆਨ ਦੇ ਦਈਏ, ਇਹ ਕਿਤੇ ਆਪਣੀ ਗੱਲ ਤੇ ਨਹੀਂ ਚੱਲ ਰਹੀ, ਇਹ ਗੱਲ ਕਿਤੇ ਆਪਣੀ ਤੇ ਨਹੀਂ ਚੱਲ ਰਹੀ। ਇਸ ਦੇ ਵੱਲ ਜਦੋਂ ਵੀ ਅਸੀਂ ਵਿਚਾਰ ਸੁਣਨੇ ਹੈ, ਹਰ ਘੜੀ ਗੁਰਮੁਖ ਪਿਆਰਿਓ, ਆਪਾਂ ਨੇ ਇਹ ਧਿਆਨ ਦੇਣਾ ਕਿ ਇਹ ਗੱਲ ਆਪਣੀ ਨਾ ਚੱਲਦੀ ਹੋਏ, ਆਪਣੀ ਨਾ ਚੱਲਦੀ ਹੋਏ, ਕਿਤੇ ਇਹ ਸਾਡੇ ਮਨ ਦੀ ਗੱਲ ਨਾ ਚੱਲਦੀ ਹੋਏ। ਹੁਣ ਇਹ ਮਨ ਦੀ ਗੱਲ ਆਈ ਹੈ ਆਪਣੇ ਦੀ। ਪਾਤਸ਼ਾਹ ਕਹਿ ਰਹੇ ਹੈ, ਕਹਿੰਦੇ ਮਨ ਦੀ ਕੰਡੀਸ਼ਨ ਕੀ ਹੈ? ਇਹ ਮਨ ਇੱਦਾਂ ਹੀ ਕਰਦਾ, ਅੱਗੇ ਜਾ ਕੇ ਇਸ ਨੂੰ ਰੋਣਾ ਪਏਗਾ। ਹੁਣ ਜਿਹੜੇ ਆਮ ਥੋੜ੍ਹੀ ਭਗਤੀ ਕਰਦੇ ਆ ਜਾਂ ਸਿਮਰਨ ਨੂੰ ਇੱਕ ਨੋਰਮਲ ਜੀ ਵਸਤੂ ਸਮਝ ਲੈਂਦੇ ਆ, ਸਿਮਰਨ ਨੂੰ ਇੱਕ ਨੋਰਮਲ ਜਾਂ ਕੰਮ ਸਮਝ ਲੈਂਦੇ ਆ, ਸਿਮਰਨ ਦੀ ਕੋਈ ਵੈਲਿਊ ਹੀ ਨਹੀਂ ਰੱਖਦੇ। ਜਿਹੜੇ ਆਪਣੇ ਦਿਮਾਗ ਦੇ ਵਿੱਚ, ਆਪਣੇ ਵਿੱਚ ਹੈਗੇ ਆ ਬਹੁਤ ਗੁਰਮੁਖ ਜਿਹੜੇ ਜੁੜੇ ਹੋਏ ਆ, ਸਿਰਫ ਉਹਨਾਂ ਦਾ ਕਥਾ ਸੁਣਨ ਤੱਕ ਧਿਆਨ ਹੁੰਦਾ, ਉਹਨਾਂ ਦਾ ਸਿਰਫ ਗਿਆਨ ਲੈਣ ਤੱਕ ਧਿਆਨ ਹੁੰਦਾ। ਗਿਆਨ ਲੈ ਕੇ ਅਗਲੇ ਜਿਹੜੇ ਵਚਨ ਕਮਾਉਣੇ ਆ ਨਾ, ਉਹ ਨਹੀਂ ਕਮਾਉਂਦੇ। ਸਿਰਫ ਤੋਂ ਸਿਰਫ ਗਿਆਨ ਲੈਣ ਤੱਕ, ਕਥਾ ਸੁਣਨ ਤੱਕ। ਕਥਾ ਉਹਨਾਂ ਦੇ ਕੰਨ ਦਾ ਰਸ ਬਣ ਗਿਆ, ਪਰ ਉਹ ਸਿਮਰਨ ਨਹੀਂ ਕਰਦੇ। ਹੁਣ ਜਿਹੜੇ ਸਿਮਰਨ ਨਹੀਂ ਕਰਦੇ, ਉਹਨਾਂ ਦਾ ਮਨ ਗੁਰਮੁਖ ਪਿਆਰਿਓ ਕਦੇ ਵੀ ਜਾਗਦਾ ਨਹੀਂ, ਉਹਨਾਂ ਦਾ ਮਨ ਭੁੱਲਿਆ ਹੋਇਆ ਕਦੇ ਵੀ ਸਮਝਦਾ ਨਹੀਂ। ਇੱਥੇ ਪਾਤਸ਼ਾਹ ਕਹਿੰਦੇ ਫਿਰ ਮਨ ਦੇ ਉੱਤੇ ਤੁਸੀਂ ਵਿਸ਼ਵਾਸ ਵੀ ਨਾ ਕਰਿਓ। ਜੇ ਤੁਸੀਂ ਭਜਨ ਬੰਦਗੀ ਸਿਮਰਨ ਨਹੀਂ ਕੀਤਾ, ਮਨ ਦੇ ਉੱਤੇ ਵਿਸ਼ਵਾਸ ਨਾ ਕਰਿਓ। ਮਨ ਦੀ ਹਾਲਤ ਕੀ ਹੈ? ਕਿਹੜੀ ਹਾਲਤ ਹੈ? ਕਹਿੰਦਾ ਮਨ ਐਦਾਂ ਦਾ ਬਣ ਜਾਣਾ ਕਿ ਕਦੇ ਕਿਸੇ ਵੇਲੇ ਵੀ ਮਨ ਉੱਠ ਕੇ ਇਹ ਦਸ਼ਾਂ ਦਿਸ਼ਾਵਾਂ ਦੇ ਵੱਲ ਜਾ ਸਕਦਾ। ਕਦੇ ਵੀ ਇਹ ਮਨ ਉੱਠ ਕੇ ਕੋਈ ਵੀ ਪਾਪ ਕਰਨ ਤੇ ਤੁਲ ਸਕਦਾ। ਇਹ ਕਾਮ ਦਾ ਪਾਪ ਕਰ ਸਕਦਾ, ਕ੍ਰੋਧ ਦਾ ਪਾਪ ਕਰ ਸਕਦਾ, ਲੋਭ ਦਾ, ਮੋਹ ਦਾ, ਹੰਕਾਰ ਦਾ ਕੋਈ ਵੀ ਪਾਪ ਕਰ ਸਕਦਾ। ਇਸ ਨੂੰ ਟਿਕਿਆ ਨਾ ਸਮਝ ਲਿਓ। ਪਾਤਸ਼ਾਹ ਉਦਾਹਰਨ ਦੇ ਰਹੇ ਹੈ ਇੱਕ ਸੱਪ ਦੀ। ਕਹਿੰਦੇ ਜਿੱਦਾਂ ਸੱਪ ਖੁੱਡ ਦੇ ਵਿੱਚ ਵੜ ਗਿਆ, ਮੰਨ ਲਓ ਘਰ ਦੇ ਵਿੱਚ ਆਪਣੇ ਸੱਪ ਨਿਕਲ ਆਇਆ, ਅਚਾਨਕ ਘਰ ਦੇ ਵਿੱਚ ਸੱਪ ਨਿਕਲ ਆਇਆ ਅਤੇ ਉਹ ਸੱਪ ਆਪਣੇ ਦੇਖਦੇ ਦੇਖਦੇ ਖੁੱਡ ਦੇ ਵਿੱਚ ਵੜ ਗਿਆ। ਘਰ ਦੇ ਮੁਖੀਆ ਨੇ, ਘਰ ਦੇ ਕੁਛ ਮੈਂਬਰਾਂ ਨੇ ਕੀ ਕੀਤਾ, ਉੱਤੋਂ ਉਸ ਖੱਡ ਨੂੰ ਬੰਦ ਕਰ ਦਿੱਤਾ। ਇੱਟਾਂ ਪੱਥਰ ਪਾ ਕੇ, ਕੰਕਰ ਪਾ ਕੇ ਉਹਨਾਂ ਨੇ ਖੱਡ ਨੂੰ ਬੰਦ ਕਰ ਦਿੱਤਾ। ਪਰ ਜੋ ਸਿਆਣਾ ਬੰਦਾ ਸੀ ਨਾ, ਸਿਆਣਾ ਕੋਈ, ਉਹ ਕਹਿਣ ਲੱਗਿਆ ਭਲਿਓ ਸੱਪ ਤੋਂ ਸਾਵਧਾਨ ਰਹਿਓ। ਉਹ ਕਹਿੰਦੇ ਲੈ ਹੁਣ ਸੱਪ ਕਿੱਧਰ ਨਿਕਲੇਗਾ, ਅਸੀਂ ਤੇ ਖੁੱਡ ਨੂੰ ਬੰਦ ਕਰ ਦਿੱਤਾ। ਉਹ ਕਹਿੰਦੇ ਤੁਸੀਂ ਖੁੱਡ ਜ਼ਰੂਰ ਬੰਦ ਕਰਤੀ, ਪਰ ਸੱਪ ਤੇ ਨਹੀਂ ਨਾ ਮਾਰਿਆ। ਕਹਿੰਦੇ ਸੱਪ ਤੇ ਨਹੀਂ ਮਾਰਿਆ, ਪਰ ਸੱਪ ਨਿਕਲੇਗਾ ਕਿੱਥੋਂ ਦੀ? ਉਹ ਕਹਿੰਦੇ ਕਦੇ ਵੀ ਕਿਤੇ ਵੀ ਨਿਕਲ ਸਕਦਾ, ਸੱਪ ਮਰਿਆ ਨਹੀਂ।
ਇਹ ਉਦਾਹਰਨ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਮਨ ਦੀ ਦਿੱਤੀ ਹੈ, ਮਨ ਦੀ। ਕਹਿੰਦੇ ਮਨ ਅਜੇ ਮਰਿਆ ਨਹੀਂ, ਨਾ ਮਨ ਮਰੇ ਨਾ ਮਾਇਆ ਮਰੇ। ਮਾਇਆ ਦਾ ਤੇ ਮਨ ਦਾ ਇਹ ਇੱਕੋ ਸੁਭਾਅ ਹੈ ਗੁਰਮੁਖੋ। ਫਿਰ ਇੱਥੇ ਪਾਤਸ਼ਾਹ ਕਹਿੰਦੇ ਹੈ, ਗੋਬਿੰਦ ਭਜਨ ਕੀ ਮਤ ਹੈ ਹੋਰਾ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਬਰਮੀ ਮਾਰੀ ਸਾਪ ਨ ਮਰਈ, ਨਾਮ ਨ ਸੁਣੀ ਡੋਰਾ। ਕਹਿੰਦੇ ਜਿੱਦਾਂ ਬਰਮੀ ਕਹਿੰਦੇ ਆ ਖੁੱਡ ਨੂੰ, ਕਹਿੰਦੇ ਜਿੱਦਾਂ ਖੁੱਡ ਨੂੰ ਬੰਦ ਕਰੇ ਤੋਂ ਸੱਪ ਨਹੀਂ ਮਰਦਾ ਨਾ, ਐਦਾਂ ਕਹਿੰਦੇ ਜਿੰਨਾ ਚਿਰ ਇਹ ਮਨ ਨਾਮ ਨਹੀਂ ਸੁਣਦਾ ਓਨਾ ਚਿਰ ਇਹ ਮਨ ਦੀ ਕੰਡੀਸ਼ਨ ਵੀ ਸੱਪ ਵਾਲੀ ਹੈ। ਗੁਰਮੁਖ ਪਿਆਰਿਓ, ਸੱਪ ਵਾਲੀ ਹੈ ਇਸ ਮਨ ਦੀ ਕੰਡੀਸ਼ਨ। ਕੋਸ਼ਿਸ਼ ਕਰੋ ਕਿ ਇਸ ਮਨ ਨੂੰ ਹੁਣ ਕੱਲੀ ਮਰਨ ਵਾਲੇ ਪਾਸੇ ਨਹੀਂ ਜਾਣਾ। ਸਿਰਫ ਮੇਰੇ ਮਾਲਕ ਨੇ ਉਦਾਹਰਨਾਂ ਦੇ ਦੇ ਕੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਆਪਣੇ ਮਨ 'ਤੇ ਕਾਬੂ ਪਾ ਲਈਏ। ਪਾਤਸ਼ਾਹ ਨੇ ਮਨ ਨੂੰ ਪਿਆਰ ਦੇ ਨਾਲ ਵੀ ਸ਼ਬਦ ਬੋਲੇ ਆ, ਕੌੜੇ ਸ਼ਬਦ ਵੀ ਬੋਲੇ ਆ। ਪਾਤਸ਼ਾਹ ਨੇ ਮਨ ਨੂੰ ਬੌਲਾ ਵੀ ਆਖੇ, ਕਮਲਾ ਵੀ ਆਖੇ, ਸਿਆਣਾ ਵੀ ਆਖੇ। ਪਾਤਸ਼ਾਹ ਨੇ ਸਮਝਾਉਣ ਦੇ ਲਈ ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਕਹਾਣੀ ਗੁਰਮੁਖ ਪਿਆਰਿਓ ਸਾਰੀ ਮਨ ਦੀ ਹੈ, ਤਨ ਦੀ ਕੋਈ ਖਾਸ ਰੋਲ ਨਹੀਂ ਹੈ। ਸਿਰਫ ਤਨ ਦਾ ਰੋਲ ਤੇ ਇੰਨਾ ਕੁ ਹੈ ਕਿ ਅਸੀਂ ਇਸ ਤਨ ਨੂੰ ਸਹੀ ਸਲਾਮਤ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਕਿਉਂਕਿ ਜਿੰਨੀ ਦੇਰ ਅਸੀਂ ਤਨ ਦੇ ਵਿੱਚ ਮੌਜੂਦ ਹਾਂ ਓਨੀ ਦੇਰ ਉਮੀਦ ਹੈ, ਆਸ਼ਾ ਹੈ ਕਿ ਆਪਾਂ ਮਾਲਕ ਨੂੰ ਮਿਲ ਸਕਦੇ ਹਾਂ। ਜਿਸ ਦਿਨ ਗੁਰਮੁਖ ਪਿਆਰਿਓ ਇਹ ਤਨ ਸਾਡੇ ਕੋਲੋਂ ਖੁੱਸ ਗਿਆ, ਜਿਸ ਦਿਨ ਇਹ ਤਨ ਸਾਡੇ ਕੋਲੋਂ ਖੁੱਸ ਗਿਆ, ਸਮਝ ਲਓ ਆਪਣੀ ਵਾਰੀ ਨਿਕਲ ਗਈ। ਮੁੜ ਕੇ ਆਪਾਂ ਨੂੰ ਇਹ ਵਾਰੀ ਬੜੇ ਯੁੱਗਾਂ ਤੋਂ ਬਾਅਦ ਮਿਲਣੀ ਹੈ। ਬਸ ਜਦੋਂ ਤਨ ਖੁੱਸ ਗਿਆ ਫੇਰ ਨਾ ਉਮੀਦ ਕਰਿਓ ਕਿ ਸ਼ਾਇਦ ਪਤਾ ਨਹੀਂ ਕਿਤੇ ਜਾ ਕੇ ਸਾਡਾ ਫੈਸਲਾ ਹੋਏਗਾ, ਪਤਾ ਨਹੀਂ ਕਿਤੇ ਜਾ ਕੇ ਸਾਡਾ ਹੋਰ ਫੈਸਲਾ ਹੋਏਗਾ, ਕਿਤੇ ਪਤਾ ਨਹੀਂ ਹੋਰ ਜਾ ਕੇ। ਨਹੀਂ, ਸਾਡਾ ਫੈਸਲਾ ਗੁਰਮੁਖ ਪਿਆਰਿਓ ਇਸ ਦੇਹੀ ਦੇ ਵਿੱਚ ਹੁੰਦਿਆਂ ਆਪਾਂ ਨੂੰ ਰਿਜ਼ਲਟ ਦਾ ਪਤਾ ਲੱਗ ਜਾਂਦਾ ਹੈ ਕਿ ਰਿਜ਼ਲਟ ਕਿੱਦਾਂ ਦਾ ਆਉਣਾ, ਅਸੀਂ ਪਾਸ ਹੋਣਾ ਜਾਂ ਫਿਰ ਅਸੀਂ ਫੇਲ ਹਾਂ। ਇਸ ਕਰਕੇ ਇਸ ਕਾਇਆ ਨੂੰ ਸੰਭਾਲ ਕੇ ਰੱਖਣਾ ਪਹਿਲੀ ਗੱਲ। ਦੂਜੀ ਗੱਲ, ਇਸ ਕਾਇਆ ਨੂੰ ਸੰਭਾਲਣ ਦਾ ਦੂਜਾ ਕਾਰਨ ਕੀ ਹੈ? ਦੂਜਾ ਕਾਰਨ ਇਹ ਹੈ ਕਿ ਗੁਰਮੁਖ ਪਿਆਰਿਓ ਇਸ ਕਾਇਆ ਦੇ ਅੰਦਰ ਮਨ ਦੇ ਨਾਲ ਹੋਰ ਵੀ, ਜਿੱਦਾਂ ਮਨ ਇਸ ਕਾਇਆ ਦੇ ਅੰਦਰ ਵਸਦਾ ਨਾ, ਜਿੱਦਾਂ ਮਨ ਨੂੰ ਇਹ ਰਹਿਣ ਦੇ ਲਈ ਘਰ ਮਿਲਿਆ ਹੋਇਆ ਨਾ ਇਹ ਕਾਇਆ ਰੂਪੀ, ਇਸ ਤਰੀਕੇ ਨਾਲ ਇਕੱਲੇ ਮਨ ਨੂੰ ਨਹੀਂ ਇਹ ਘਰ ਮਿਲਿਆ ਹੋਇਆ, ਹੋਰ ਵੀ ਕਰੋੜਾਂ ਜੀਵ ਨੇ ਜਿਨ੍ਹਾਂ ਨੂੰ ਇਹ ਘਰ ਮਿਲਿਆ ਹੋਇਆ। ਜਿੰਨੇ ਜੀਵ ਇਸ ਘਰ ਦੇ ਵਿੱਚ ਰਹਿੰਦੇ ਆ ਗੁਰਮੁਖ ਪਿਆਰਿਓ, ਸਾਰੇ ਜੀਵ, ਜੇਕਰ ਮਨ ਜਿੱਤ ਜਾਂਦਾ ਤਾਂ ਇਹ ਸਾਰੇ ਜੀਵ ਜਿੱਤ ਜਾਂਦੇ ਆ, ਜੇ ਮਨ ਹਾਰ ਜਾਂਦਾ ਤਾਂ ਇਹ ਸਾਰੇ ਜੀਵ ਹਾਰ ਕੇ ਚਲੇ ਜਾਂਦੇ ਆ। ਇਸ ਕਰਕੇ ਆਪਾਂ ਨੇ ਇਸ ਤਨ ਦੀ ਆਪਾਂ ਨੂੰ ਬਹੁਤ ਜ਼ਰੂਰਤ ਹੈ। ਇਸ ਤਨ ਦੀ ਆਪਾਂ ਨੂੰ ਬਹੁਤ ਜ਼ਰੂਰਤ ਹੈ ਗੁਰਮੁਖ ਪਿਆਰਿਓ।
ਅਸੀਂ ਇਸ ਤਨ ਦੀ ਬੜੀ ਸੰਭਾਲ ਕਰਨੀ। ਸੰਭਾਲ ਕਰਕੇ ਇਸ ਤਨ ਦੇ ਵਿੱਚ ਰਹਿੰਦਿਆਂ ਅਸੀਂ ਪਰਮ ਪਿਤਾ ਪਰਮਾਤਮਾ ਨੂੰ ਮਿਲਣਾ ਹੈ। ਅਸੀਂ ਮਾਲਕ ਦੀ ਗੋਦ ਦੇ ਵਿੱਚ ਜਾਣਾ ਹੈ। ਅਸੀਂ ਉਸ ਦੇ ਵਿੱਚ ਸਮਾਉਣਾ ਹੈ। ਅਸੀਂ ਇੱਕ ਹੋਣਾ। ਗੁਰਮੁਖ ਪਿਆਰਿਓ, ਇਹ ਹੈ ਆਪਣਾ ਅਸਲੀ ਰੋਲ। ਜੇ ਅਸੀਂ ਸੋਚਦੇ ਰਹੀਏ ਕਿ ਇਕੱਲੀ ਗੁਰਬਾਣੀ ਪੜ੍ਹੇ ਤੋਂ ਸਾਡੀ ਬੰਦ ਖਲਾਸੀ ਹੋ ਜਾਏਗੀ, ਨਾਮੁਮਕਿਨ ਹੈ, ਮੁਸ਼ਕਿਲ ਹੈ। ਜੇ ਅਸੀਂ ਕਹੀ ਜਾਈਏ ਕਿ ਇਕੱਲਾ ਸਿਮਰਨ ਕਰੇ ਤੋਂ ਸਾਡੀ ਬੰਦ ਖਲਾਸੀ ਹੋ ਜਾਏਗੀ, ਮੁਸ਼ਕਿਲ ਹੈ, ਨਹੀਂ ਹੋਣਾ। ਜੇ ਅਸੀਂ ਕਹੀਏ ਕਿ ਅਸੀਂ ਸੁਣਨ ਦੇ ਵਿੱਚ ਜਾ ਕੇ ਬੈਠੇ ਰਹੀਏ ਘੰਟਿਆਂ ਬੱਧੀ, ਸਾਡੀ ਬੰਦ ਖਲਾਸੀ ਹੋ ਜਾਏਗੀ, ਨਹੀਂ। ਗੁਰਮੁਖ ਪਿਆਰਿਓ, ਸਾਨੂੰ ਸਟੈਪ ਬਾਈ ਸਟੈਪ ਚੱਲਣਾ ਪਏਗਾ। ਸਟੈਪ ਬਾਈ ਸਟੈਪ ਚੱਲ ਕੇ ਆਪਣੀ ਅਸਲੀ ਮੰਜ਼ਿਲ ਹੈ ਜਿਹੜੀ ਉਹ ਪ੍ਰਾਪਤ ਕਰਨੀ ਪਏਗੀ। ਸਾਨੂੰ ਦੇਹ ਤੋਂ ਵਧੇਰੇ ਹੋਣਾ ਪਏਗਾ। ਸਾਨੂੰ ਸ਼ਬਦ ਦੇ ਵਿੱਚ ਮਰਨਾ ਪਏਗਾ। ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਾਡਾ ਮਨ ਇਸ ਅੰਮ੍ਰਿਤ ਨੂੰ ਪੀ ਰਿਹਾ। ਅੰਮ੍ਰਿਤ ਦੀ ਕੀ ਲੋੜ ਪੈਗੀ? ਕਿਉਂਕਿ ਗੁਰਮੁਖ ਪਿਆਰਿਓ, ਅੰਮ੍ਰਿਤ ਪੀ ਕੇ ਹੀ ਇਸ ਮਨ ਨੇ ਬਲਵਾਨ ਹੋਣਾ। ਇਸੇ ਕਰਕੇ ਪਾਤਸ਼ਾਹ ਕਹਿ ਰਿਹਾ ਹੈ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਗੁਰਮੁਖ ਪਿਆਰਿਓ, ਮਨ ਦਾ ਕੰਮ ਹੈ ਇਸ ਅੰਮ੍ਰਿਤ ਨੂੰ ਪੀਣਾ, ਇਸ ਅੰਮ੍ਰਿਤ ਨੂੰ ਪੀਣਾ। ਤੁਸੀਂ ਵੀ ਕੋਸ਼ਿਸ਼ ਕਰਨੀ ਹੈ। ਹੁਣ ਅੱਜ ਦੀ ਇਹ ਕਥਾ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਗੁਰਮੁਖ ਪਿਆਰਿਓ, ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਨੇ। ਗੁਰਬਾਣੀ ਗੁਰੂ ਅਤੇ ਆਪ ਰੱਬ ਰੂਪ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵੱਡੇ ਭਾਗ ਗੁਰਸਿੱਖਾਂ ਦੇ, ਜੋ ਪਰਮ ਪਿਤਾ ਪਰਮਾਤਮਾ ਦੀ ਮਿੱਠੀ ਯਾਦ ਅੰਦਰ ਜੁੜ ਕਰਕੇ ਸਾਹਿਬਾਂ ਦੇ ਗੁਣ ਗਾਇਨ ਸਰਵਣ ਕਰ ਰਹੇ ਸੀ। ਭਾਈ ਸਾਹਿਬ ਭਾਈ ਗੁਰਵੰਤ ਸਿੰਘ ਜੀ ਸੰਗਤਾਂ ਨੂੰ ਸਮਝਾਉਣਾ ਕਰ ਰਹੇ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਹੈ। ਬਹੁਤ ਵਧੀਆ ਸਬਜੈਕਟ ਸੀ, ਪਰ ਇਸ ਦੇ ਨਾਲ ਨਾਲ ਸਭ ਤੋਂ ਪਹਿਲਾਂ ਅਤੀ ਜ਼ਰੂਰੀ ਹੈ ਆਪਣੇ ਮਨ ਨੂੰ ਸਿੱਖਿਆ ਦੇਣੀ। ਆਪਣੇ ਮਨ ਨੂੰ ਸਿੱਖਿਆ ਦੇਣੀ। ਗੁਰਮੁਖ ਪਿਆਰਿਓ, ਠੀਕ ਹੈ, ਜ਼ਰੂਰੀ ਹੈ ਕਿ ਬਚਪਨ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ ਹੈ, ਜਨਰੇਸ਼ਨ ਹੈ, ਇਹਨਾਂ ਨੇ ਹੀ ਵੱਡੇ ਹੋ ਕੇ ਕਾਰਜ ਸੰਭਾਲਣੇ ਆ। ਵਾਹਿਗੁਰੂ ਵਾਹਿਗੁਰੂ ਮਿਊਟ ਹੋ ਗਿਆ। ਸਤ ਵਚਨ, ਵਾਹ, ਸਤ ਵਚਨ, ਸਤ ਵਚਨ। ਹਾਂ, ਵਿਸ਼ਾ ਸੀ ਕਿ ਅਸੀਂ ਸਭ ਤੋਂ ਪਹਿਲਾਂ ਇਸ ਭੁੱਲੇ ਹੋਏ ਮਨ ਨੂੰ ਸਮਝਾਉਣਾ ਕਰੀਏ। ਸਵੇਰੇ ਵੀ ਵਿਚਾਰ ਕੀਤੀ ਸੀ ਕਿ ਇਹ ਭੁੱਲਿਆ ਹੋਇਆ ਮਨ ਗੁਰੂ ਦੇ ਸ਼ਬਦ ਦੇ ਨਾਲ ਸਮਝੇਗਾ। ਪਾਤਸ਼ਾਹ ਨੇ
हर एक चीज़ गुरबाणी दे विच सानू खोल के दस दित्ती। कोई चीज़ दा पर्दा नहीं रखिया। जे मन बारे ये गल समझाई है कि मन सुत्ता पिया तां पातशाह ने यह भी दस्सिया कि मन जागेगा किवें। जे पातशाह ने यह गुरबाणी दे विच डिकलेयर कीता कि मन अपना घर ते मन अपना दर भुल गया, अपने माता पिता नूं भी भुल गया। गुरमुखो ये नहीं कि कल्ला ये कह के ये दर गुरबाणी दे विच दर्ज करके सर गया कि भाई थोड़ा मन घर भुल गया। ये नहीं है कल्ला। जे लिखिए है ना कि थोड़ा मन घर भुलिया, थोड़ा मन दर भुलिया, थोड़ा मन अपने माता पिता नूं भुलिया, तां नाल ये भी दस्सिया कि ये किद्दां समझेगा, इहदी यादाश्त वापस किद्दां आएगी। ये भी पातशाह ने नाल दी नाल दस्सिया। बड़े कमाल दी गल है गुरमुख प्यारिओ। जे पातशाह ने आखिए ना कि ताई कि तुहाडा मन भुल गया, फिर पातशाह किते ना किते दर्ज करदे है कि भुलिया मन किद्दां समझ सकदा। जिद्दां आपां सवेरे पढ़िया सी, विचार कीती सी कि भुले होए मन नूं समझाउण दे लई भी गुरु दा शब्द ही काम करदा है। गुरु दे शब्द तो बगैर ये मन गुरमुख प्यारिओ जान नहीं सकता, ये समझ नहीं सकता। पातशाह ने आखे है ना, भुला मन समझे गुर शब्दी। कहते भुलिया होया मन गुरु दे शब्द दे नाल समझेगा। इस नूं समझाउणा करो। हुण गुरमुख प्यारिओ पातशाह कुछ होर भी आपां नूं समझाउणा चाहुंदे आ। पातशाह कहंदे ये जीव भोला भाला भी आखिए, चतर भी आखिए, चलाक भी आखिए। इत्थे पातशाह कह रहे है, कहंदे ये भोला जीव इस तन नूं धो लैंदा है, तन नूं चमका लैंदा है, पर कदे भी इसने अंदर दा ख्याल नहीं कीता कि मेरा अंदर ते काला होया पिया, काला। मैं बाहर अपने मुख नूं, हत्थां पैरां नूं, बदन नूं धो के की करूँगा। अंदर ते मन काला होया पिया, काला। अंदर ते तेरे मैल लगी हुई है। मैल भी कहंदे बहुत ज़्यादा लगी हुई है। अते फिर एक जिहड़ा अगला बचन मेरे पातशाह कह रहे हैं, ये तो कही दिता कि बाहर तू साफ सुथरा है, अंदर तेरे मैल है। हुण जिन्हां जीवां दे ध्यान दईए, हुण आपां सारे आपो अपने वल झाती मारनी है। सारियां ने आपो अपने वल झाती मारनी है कि जिन्हां दे मन बाहर असी साफ सुथरे हाँ, गोरे चिट्टे हाँ, ते अंदरों मन मैला है। पातशाह उन्होंने पता है किहड़ी जगह दिंदे है, किहड़ा खिताब दिंदे है, किहड़ा दर्जा दिंदे है। पातशाह कहंदे वो बंदे अपनी दोए जगह गवा लैंदे आ। ना कहंदे उस नूं हलत दे विच ढोईए ते ना उस नूं पलत दे विच ढोईए। कहंदे उस नूं ना इत्थे थां है, कहंदे ना उस नूं ओथे थां है। बड़ी कमाल दी गल मेरे साहिबा ने आखी है। हुण आपां जाग जाइए, जाग जाइए गुरमुख प्यारिओ। आपां जे असी अपने मन दी मैल नूं ना तारिया तां पातशाह आपां नूं कह रहे, ना कि होर नूं, किसे नूं।
ਕਹਿੰਦੇ ਇਹ ਤੈਨੂੰ ਥਾਂ ਨਹੀਂ ਕਿਤੇ ਵੀ ਮਿਲਣੀ। ਇਹ ਆਪਣੀ ਗੱਲ ਚੱਲ ਰਹੀ ਹੈ, ਮੇਰੀ ਤੇ ਤੁਹਾਡੀ। ਕੀ ਆਖਿਆ ਪਾਤਸ਼ਾਹ ਨੇ? ਪਾਤਸ਼ਾਹ ਕਹਿੰਦੇ ਬਾਹਰ ਧੋਏ ਅੰਤਰ ਮਨ ਮੈਲਾ। ਕਹਿੰਦੇ ਬਾਹਰੋਂ ਤਾਂ ਧੋ ਲਿਆ, ਅੰਦਰ ਮਨ ਮੈਲਾ ਹੈ ਤੇਰਾ। ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ। ਕਹਿੰਦੇ ਦੋਏ ਥਾਂ ਦੋਏ ਜਗ੍ਹਾ ਆਪਣੀਆਂ ਖੋ ਲਈਆਂ। ਕਹਿੰਦੇ ਨਾ ਦਰਗਾਹ ਦੇ ਵਿੱਚ ਢੋਈ, ਨਾ ਪਰਲੋਕ ਦੇ ਵਿੱਚ ਢੋਈ, ਨਾ ਲੋਕ ਦੇ ਵਿੱਚ ਢੋਈ। ਹੁਣ ਆਪਾਂ ਨੇ ਆਪੋ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਸਾਡੇ ਅੰਦਰ ਤੇ ਨਹੀਂ ਮੈਲ ਲੱਗੀ ਹੋਈ, ਕਿਤੇ ਗੱਲ ਸਾਡੀ ਤੇ ਨਹੀਂ ਹੋਈ, ਕਿਤੇ ਇਹ ਗੱਲ ਸਾਡੀ ਤੇ ਨਹੀਂ ਹੋ ਰਹੀ। ਇਹ ਧਿਆਨ ਦਈਏ ਗੁਰਮੁਖ ਪਿਆਰਿਓ। ਅਤੇ ਹੁਣ ਅੱਗੇ ਫੇਰ ਪਾਤਸ਼ਾਹ ਕਹਿ ਰਹੇ ਹੈ, ਕਹਿੰਦੇ ਹੁਣ ਜਿਨ੍ਹਾਂ ਦੇ ਮਨ ਮੈਲੇ ਆ ਨਾ ਗੁਰਮੁਖ ਪਿਆਰਿਓ, ਉਹ ਕਾਹਦੇ ਵਿੱਚ ਫਸੇ ਹੋਏ ਆ? ਕਾਹਦੇ ਵਿੱਚ ਫਸੇ ਹੋਏ ਆ? ਸਰਣਾ ਲੈ ਲਗਤ ਪਏ ਤੋਂ ਆ ਲੈ ਲੈ, ਹੋਰ ਅੰਦਰੋਂ ਚੱਕ ਲਿਆ। ਕਹਿੰਦੇ ਉਹ ਜੀਵ ਕਿਹੜੇ ਨੇ ਹੁਣ ਜਿਨ੍ਹਾਂ ਦੇ ਅੰਦਰ ਮਨ ਮੈਲੇ ਆ? ਹੁਣ ਉਹਨਾਂ ਦੀ ਗੱਲ ਕਰਦੇ ਆ ਪਾਤਸ਼ਾਹ। ਪਾਤਸ਼ਾਹ ਕਹਿੰਦੇ ਈਹਾਂ ਕਾਮ ਕ੍ਰੋਧ ਮੋਹ ਵਿਆਪਿਆ। ਇੱਥੇ ਇਸ ਜਗ੍ਹਾ ਤੇ ਦੋ ਥਾਵਾਂ ਆਪਾਂ ਆਖਿਆ ਸੀ ਨਾ ਕਿ ਦੋਏ ਜਗ੍ਹਾ ਖੋ ਲਈਆਂ, ਦੋਏ ਠੌਰ ਆਪਣੇ ਖੋਏ, ਭਾਵ ਲੋਕ ਵੀ ਤੇ ਪਰਲੋਕ ਵੀ। ਹੁਣ ਲੋਕ ਦੇ ਵਿੱਚ ਕਿਉਂ ਖੋ ਲਿਆ ਆਹ ਦੱਸ ਰਹੇ ਆ ਮੇਰੇ ਸਾਹਿਬਾ। ਲੋਕ ਆਪਾਂ ਨੇ ਕਿੱਦਾਂ ਖੋ ਲਿਆ ਇਹ ਦੱਸ ਰਹੇ ਆ ਸਾਹਿਬਾ। ਕਹਿੰਦੇ ਈਹਾਂ ਲੋਕ ਕਿੱਥੇ ਹੈ? ਇੱਥੇ ਹੈ। ਕਹਿੰਦੇ ਈਹਾਂ ਕਾਮ ਕ੍ਰੋਧ ਮੋਹ ਵਿਆਪਿਆ। ਕਹਿੰਦੇ ਇਹਨਾਂ ਵਿੱਚ ਉਲਝ ਕੇ ਬਹਿ ਗਿਆ। ਇੱਥੇ ਇਸ ਥਾਂ ਦੇ ਉੱਤੇ ਈਹਾਂ ਕਾਮ ਕ੍ਰੋਧ ਲੋਭ ਮੋਹ ਵਿਆਪਿਆ। ਅੱਗੇ ਜਦੋਂ ਇੱਥੇ ਫਸ ਗਿਆ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਿਆ ਨਹੀਂ, ਫਿਰ ਜਦੋਂ ਅੱਗੇ ਜਾਏਗਾ, ਅੱਗੇ ਪਾਤਸ਼ਾਹ ਕਹਿੰਦੇ ਰੋਏਗਾ, ਚੀਕਾਂ ਮਾਰੇਗਾ, ਤਰਲੇ ਮਾਰੇਗਾ। ਅੱਗੇ ਜਾ ਕੇ ਰੋਏਗਾ, ਮੁੱਸ ਮੁੱਸ ਰੋਏਗਾ। ਕਿਉਂ? ਕਿਉਂਕਿ ਇੱਥੇ ਇਹਨਾਂ ਪੰਜਾਂ ਨੂੰ ਛੱਡਿਆ ਨਹੀਂ, ਇੱਥੇ ਇਹਨਾਂ ਪੰਜਾਂ ਦੇ ਨਾਲ ਪਿਆਰ ਪਾ ਲਿਆ। ਇਸ ਕਰਕੇ ਦੋਵੇਂ ਥਾਵੇਂ ਇਸ ਦੇ ਖੋਏ ਗਏ। ਕੀ ਕਹਿ ਰਹੀ ਹੈ ਪਾਤਸ਼ਾਹ? ਈਹਾਂ ਕਾਮ ਕ੍ਰੋਧ ਮੋਹ ਵਿਆਪਿਆ, ਆਗੇ ਮੁੱਸ ਮੁੱਸ ਰੋਏ। ਜਿਵੇਂ ਨੂੰ ਆਪਾਂ ਕਹਿੰਦੇ ਕਿ ਹੁਣ ਡੁੱਸ ਡੁੱਸ ਕਰਕੇ ਰੋਣ ਡੇ ਤੂੰ। ਆਪਾਂ ਕਹਿ ਰਹੇ ਹਾਂ ਨਾ, ਬੱਚਿਆਂ ਨੂੰ ਕਹਿ ਦਿੰਦੇ ਹਾਂ, ਇੱਕ ਦੂਜੇ ਨੂੰ ਵੀ ਕਹਿ ਦਿੰਦੇ ਹਾਂ ਕਿ ਉਦੋਂ ਧਿਆਨ ਦੇਣਾ ਸੀ, ਉਦੋਂ ਤੂੰ ਗਲਤੀਆਂ ਕਰੀ ਗਿਆ, ਹੁਣ ਤੂੰ ਡੁੱਸ ਡੁੱਸ ਕਰਕੇ ਰੋਈ ਜਾਂਦੇ। ਇਹ ਉਹ ਗੱਲ ਕਹਿ ਰਹੇ ਹੈ ਪਾਤਸ਼ਾਹ। ਪਾਤਸ਼ਾਹ ਕਹਿੰਦੇ ਈਹਾਂ ਕਾਮ ਕ੍ਰੋਧ ਮੋਹ ਵਿਆਪਿਆ, ਆਗੇ ਮੁੱਸ ਮੁੱਸ ਰੋਇਆ। ਕਹਿੰਦੇ ਇੱਥੇ ਇਹ ਕ੍ਰੋਧ ਮੋਹ ਦੇ ਵਿੱਚੋਂ ਨਿਕਲਿਆ ਨਹੀਂ, ਅੱਗੇ ਜਾ ਕੇ ਰੋਣਾ ਪੈ ਗਿਆ। ਇੱਥੇ ਵੀ ਧਿਆਨ ਦੇ ਦਈਏ, ਇਹ ਕਿਤੇ ਆਪਣੀ ਗੱਲ ਤੇ ਨਹੀਂ ਚੱਲ ਰਹੀ, ਇਹ ਗੱਲ ਕਿਤੇ ਆਪਣੀ ਤੇ ਨਹੀਂ ਚੱਲ ਰਹੀ। ਇਸ ਦੇ ਵੱਲ ਜਦੋਂ ਵੀ ਅਸੀਂ ਵਿਚਾਰ ਸੁਣਨੇ ਹੈ, ਹਰ ਘੜੀ ਗੁਰਮੁਖ ਪਿਆਰਿਓ ਆਪਾਂ ਨੇ ਇਹ ਧਿਆਨ ਦੇਣਾ ਕਿ ਇਹ ਗੱਲ ਆਪਣੀ ਨਾ ਚੱਲਦੀ ਹੋਏ, ਆਪਣੀ ਨਾ ਚੱਲਦੀ ਹੋਏ, ਕਿਤੇ ਇਹ ਸਾਡੇ ਮਨ ਦੀ ਗੱਲ ਨਾ ਚੱਲਦੀ ਹੋਏ। ਹੁਣ ਇਹ ਮਨ ਦੀ ਗੱਲ ਆਈ ਹੈ ਆਪਣੇ ਦੀ। ਪਾਤਸ਼ਾਹ ਕਹਿ ਰਹੇ ਹੈ, ਕਹਿੰਦੇ ਮਨ ਦੀ ਕੰਡੀਸ਼ਨ ਕੀ ਹੈ? ਇਹ ਮਨ ਇੱਦਾਂ ਹੀ ਕਰਦਾ, ਅੱਗੇ ਜਾ ਕੇ ਇਸ ਨੂੰ ਰੋਣਾ ਪਏਗਾ। ਹੁਣ ਜਿਹੜੇ ਆਮ ਥੋੜ੍ਹੀ ਭਗਤੀ ਕਰਦੇ ਆ ਜਾਂ ਸਿਮਰਨ ਨੂੰ ਇੱਕ ਨੋਰਮਲ ਜੀ ਵਸਤੂ ਸਮਝ ਲੈਂਦੇ ਆ, ਸਿਮਰਨ ਨੂੰ ਇੱਕ ਨੋਰਮਲ ਜਿਹਾ ਕੰਮ ਸਮਝ ਲੈਂਦੇ ਆ, ਸਿਮਰਨ ਦੀ ਕੋਈ ਵੈਲਿਊ ਹੀ ਨਹੀਂ ਰੱਖਦੇ ਜਿਹੜੇ ਆਪਣੇ ਦਿਮਾਗ ਦੇ ਵਿੱਚ।
ਆਪਣੇ ਵਿੱਚ ਹੈਗੇ ਆ ਬਹੁਤ ਗੁਰਮੁਖ ਜਿਹੜੇ ਜੁੜੇ ਹੋਏ ਆ, ਸਿਰਫ ਉਹਨਾਂ ਦਾ ਕਥਾ ਸੁਣਨ ਤੱਕ ਧਿਆਨ ਹੁੰਦਾ ਹੈ, ਉਹਨਾਂ ਦਾ ਸਿਰਫ ਗਿਆਨ ਲੈਣ ਤੱਕ ਧਿਆਨ ਹੁੰਦਾ ਹੈ। ਗਿਆਨ ਲੈ ਕੇ ਅਗਲੇ ਜਿਹੜੇ ਵਚਨ ਕਮਾਉਣੇ ਆ ਨਾ, ਉਹ ਨਹੀਂ ਕਮਾਉਂਦੇ। ਸਿਰਫ ਤੋਂ ਸਿਰਫ ਗਿਆਨ ਲੈਣ ਤੱਕ, ਕਥਾ ਸੁਣਨ ਤੱਕ। ਕਥਾ ਉਹਨਾਂ ਦੇ ਕੰਨ ਦਾ ਰਸ ਬਣ ਗਿਆ, ਪਰ ਉਹ ਸਿਮਰਨ ਨਹੀਂ ਕਰਦੇ। ਹੁਣ ਜਿਹੜੇ ਸਿਮਰਨ ਨਹੀਂ ਕਰਦੇ, ਉਹਨਾਂ ਦਾ ਮਨ ਗੁਰਮੁਖ ਪਿਆਰਿਓ ਕਦੇ ਵੀ ਜਾਗਦਾ ਨਹੀਂ, ਉਹਨਾਂ ਦਾ ਮਨ ਭੁੱਲਿਆ ਹੋਇਆ ਕਦੇ ਵੀ ਸਮਝਦਾ ਨਹੀਂ। ਇੱਥੇ ਪਾਤਸ਼ਾਹ ਕਹਿੰਦੇ ਫਿਰ ਮਨ ਦੇ ਉੱਤੇ ਤੁਸੀਂ ਵਿਸ਼ਵਾਸ ਵੀ ਨਾ ਕਰਿਓ। ਜੇ ਤੁਸੀਂ ਭਜਨ ਬੰਦਗੀ ਸਿਮਰਨ ਨਹੀਂ ਕੀਤਾ, ਮਨ ਦੇ ਉੱਤੇ ਵਿਸ਼ਵਾਸ ਨਾ ਕਰਿਓ। ਮਨ ਦੀ ਹਾਲਤ ਕੀ ਹੈ, ਕਿਹੜੀ ਹਾਲਤ ਹੈ? ਕਹਿੰਦਾ ਮਨ ਐਦਾਂ ਦਾ ਬਣ ਜਾਣਾ ਕਿ ਕਦੇ ਕਿਸੇ ਵੇਲੇ ਵੀ ਮਨ ਉੱਠ ਕੇ ਇਹ ਦਸ਼ਾਂ ਦਿਸ਼ਾਵਾਂ ਦੇ ਵੱਲ ਜਾ ਸਕਦਾ। ਕਦੇ ਵੀ ਇਹ ਮਨ ਉੱਠ ਕੇ ਕੋਈ ਵੀ ਪਾਪ ਕਰਨ ਤੇ ਤੁਲ ਸਕਦਾ। ਇਹ ਕਾਮ ਦਾ ਪਾਪ ਕਰ ਸਕਦਾ, ਕ੍ਰੋਧ ਦਾ ਪਾਪ ਕਰ ਸਕਦਾ, ਲੋਭ ਦਾ, ਮੋਹ ਦਾ, ਹੰਕਾਰ ਦਾ ਕੋਈ ਵੀ ਪਾਪ ਕਰ ਸਕਦਾ। ਇਸ ਨੂੰ ਟਿਕਿਆ ਨਾ ਸਮਝ ਲਿਓ। ਪਾਤਸ਼ਾਹ ਉਦਾਹਰਨ ਦੇ ਰਹੇ ਹੈ ਇੱਕ ਸੱਪ ਦੀ। ਕਹਿੰਦੇ ਜਿੱਦਾਂ ਸੱਪ